ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਇੱਕ ਵਾਰ ਬਹੁਤ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਜੀ। ਸੋ ਤੁਸੀਂ ਬੜੇ ਪਿਆਰ ਨਾਲ ਪ੍ਰੋਗਰਾਮ ਦੇਖਦੇ ਹੋ, ਅਸੀਂ ਬਹੁਤ ਫਿਰ ਇੱਕ ਵਾਰ ਤੁਹਾਡਾ ਧੰਨਵਾਦ ਕਰਦੇ ਹਾਂ। ਸੋ ਗੁਰਪ੍ਰੀਤ ਆਪਣੇ ਕੋਲ ਗੈਸਟ ਜਿਹੜੇ ਅੱਜ ਪਹੁੰਚੇ ਹੋਏ ਨੇ। ਵੈਸੇ ਚਲੋ ਇਹ ਅਰਦਾਸ ਜ਼ਰੂਰ ਕਰਿਆ ਕਰੋ ਕਿ ਪ੍ਰਮਾਤਮਾ ਵਾਹਿਗੁਰੂ ਹਰ ਇੱਕ ਨੂੰ ਤੰਦਰੁਸਤੀ ਦੇਵੇ, ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਬਿਮਾਰੀ ਲਾਵੇ ਨਾ ਮੇਰਾ ਵਾਹਿਗੁਰੂ। ਇਹ ਅਰਦਾਸ ਕਰਿਆ ਕਰੋ, ਦੂਸਰੇ ਵਾਸਤੇ ਵੀ ਮੰਗਿਆ ਕਰੋ, ਕਿਉਂਕਿ ਗੁਰਪ੍ਰੀਤ ਆਪਾਂ ਜੋ ਦੂਸਰੇ ਵਾਸਤੇ ਮੰਗਦੇ ਹਾਂ ਆਪਣੇ ਮਨ ਨੂੰ ਸਕੂਨ ਜਿਹਾ ਇੱਕ ਬੜਾ ਮਿਲਦਾ ਹੈ ਨਾ। ਬਿਲਕੁਲ। ਤੇ ਜੇ ਕਿਸੇ ਨੂੰ ਕੋਈ ਐਸੀ ਬਿਮਾਰੀ, ਕੋਈ ਐਸੀ ਡਿਜ਼ੀਜ਼ ਜਿਹੜੀ ਆ ਉਹ ਹੋ ਜਾਂਦੀ ਆ ਤੇ ਉਹਨੂੰ ਪੁੱਛੋ ਫਿਰ ਕਿੰਨੀ ਤਕਲੀਫ ਉਹਨੂੰ ਹੁੰਦੀ ਹੈ ਨਾ। ਬਿਲਕੁਲ। ਐਂਡ ਬ੍ਰੇਕਫਾਸਟ ਸ਼ੋ ਵਰਗੇ ਪਲੇਟਫਾਰਮ ਤੇ ਅਸੀਂ ਅਵੇਅਰਨੈਸ ਕ੍ਰੀਏਟ ਕਰਨਾ ਚਾਹੁੰਦੇ ਹਾਂ। ਸਾਡੇ ਅੱਜ ਦੇ ਗੈਸਟ ਯੂਰੋਪੀਅਨ ਮਲਟੀਪਲ ਸਕਲੈਰੋਸਿਸ ਪਲੇਟਫਾਰਮ ਵਾਸਤੇ ਕੰਮ ਕਰਦੇ ਨੇ। ਅਸੀਂ ਉਹਨਾਂ ਤੋਂ ਜਾਣਾਂਗੇ ਇਸ ਦੇ ਬਾਰੇ, ਹੋਰ ਉਹਨਾਂ ਦੇ ਕੰਮ ਦੇ ਬਾਰੇ ਤੇ ਦੂਸਰੇ ਜਿਹੜੇ ਟੌਪਿਕਸ ਉਹਨਾਂ ਦੇ ਦਿਲ ਦੇ ਕੋਲ ਨੇ। ਤਾਂ ਆਓ ਅਸੀਂ ਸਵਾਗਤ ਕਰਦੇ ਹਾਂ ਮਿਸ ਅਮਨਦੀਪ ਕੌਰ ਦਾ। ਉਹਨਾਂ ਦੀ ਆਪਾਂ ਦਰਸ਼ਕਾਂ ਦੇ ਨਾਲ ਕਰਾਈਏ ਜੀ। ਹਾਂਜੀ। ਸੋ ਬੇਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟਾ ਕੀ ਨਾਮ ਤੁਹਾਡਾ? ਮੇਰਾ ਨਾਮ ਅਮਨਦੀਪ ਹੈ। ਅਮਨਦੀਪ ਕੌਰ, ਬੜਾ ਪਿਆਰਾ ਨਾਮ ਆ। ਹਾਂਜੀ। Amandeep, if we can begin by first discussing what multiple sclerosis basically is, ਜੇ ਤੁਸੀਂ ਬਹੁਤ basic terms ਦੇ ਵਿੱਚ ਸਾਡੇ ਦਰਸ਼ਕਾਂ ਨੂੰ ਦੱਸਣਾ ਚਾहेंगे। Okay, ਬਹੁਤ complex ਬਿਮਾਰੀ ਹੈ ਇਹ। ਬ੍ਰੇਨ ਤਾਂ ਜਿਹੜੀ ਤੁਹਾਡੀ ਸਪਾਈਨਲ ਕੋਰਡ ਆ ਇੱਥੋਂ ਸ਼ੁਰੂ ਹੁੰਦੀ ਆ। ਤਾਂ ਡੈਮੇਜ, ਇਨਫਲੇਮੇਸ਼ਨ ਹੁੰਦਾ ਬ੍ਰੇਨ ਦੇ ਵਿੱਚ, ਡੈਮੇਜ ਹੁੰਦਾ। ਫਿਰ ਜਿਹੜੇ ਨਰਵਸ ਆ ਉਹਨਾਂ ਤੱਕ ਮੈਸੇਜ ਨਹੀਂ ਸਹੀ ਜਾਂਦਾ। ਸੋ ਡਿਫਰੈਂਟ ਪਾਰਟ ਬੋਡੀ ਦੇ ਇਫੈਕਟ ਹੋ ਜਾਂਦੇ ਆ। ਬਹੁਤ ਤਰ੍ਹਾਂ ਇਫੈਕਟ ਹੁੰਦੇ ਆ। ਜਿੱਦਾਂ ਦੋ ਜਣੇ ਨਹੀਂ ਜੇ ਕੋਈ MS ਆ ਜਿਹਨਾਂ ਕੋਲ ਸੇਮ ਸਿੰਪਟਮ ਹੁੰਦੇ ਆ, ਸਾਰਿਆਂ ਕੋਲ ਡਿਫਰੈਂਟ ਹੁੰਦੇ ਆ। ਤਾਂ ਕੋਈ ਮੋਬਿਲਿਟੀ ਆ, ਕੋਈ ਈਵਨ ਬ੍ਰੇਨ ਫੰਕਸ਼ਨ ਜਿੱਦਾਂ ਸੋਚਣੀ ਆ, ਗੱਲ ਕਰਨੀ, ਈਵਨ ਬ੍ਰੇਨ ਕੋਈ ਵਾਰੀ ਥੋੜ੍ਹਾ ਜਿਹਾ ਫਟੀਗ ਹੁੰਦਾ। ਤੁਸੀਂ ਟਾਇਰਡ ਰੱਖ ਲਓ, ਪਰ ਜਿਹੜਾ ਟਾਇਰਡ ਆ ਆਮ ਟਾਇਰਡ ਨਹੀਂ, ਇਹ ਹੋਰ ਕੋਈ ਟਾਇਰਡ ਆ। ਤੁਸੀਂ ਕੁਛ ਕਰ ਹੀ ਨਹੀਂ ਸਕਦੇ। You can't move, you can't get up. ਬਹੁਤ ਔਖਾ ਆ ਜਿੱਦਾਂ ਐਕਸਪਲੇਨ ਕਰਨ ਨੂੰ। ਪਰ ਮਲਟੀਪਲ ਸਕਲੈਰੋਸਿਸ MS ਇੱਦਾਂ ਹੁੰਦੀ ਆ। So at what age were you diagnosed with multiple sclerosis? I was ਮੇਰੇ ਸਿੰਪਟਮ ਸ਼ੁਰੂ ਹੋਏ ਸੀ 16 ਤੋਂ। ਪਰ ਮੈਨੂੰ ਫਾਰਮਲ ਡਾਇਗਨੋਸਿਸ ਮਿਲਿਆ ਜਦੋਂ ਮੈਂ 18 ਸੀਗੀ। ਉਹ ਤੋਂ ਪਹਿਲਾਂ I was ਮੈਂ ਬਹੁਤ ਜਿੱਦਾਂ ਪੜ੍ਹਨ ਨੂੰ ਹੁਸ਼ਿਆਰ ਸੀ। ਮੈਂ ਆਪਣੇ ਸਕੂਲ ਦੇ ਵਿੱਚ ਟੌਪ GCSEs ਲੈ ਸੀਗੇ। ਮੈਂ ਸਪੋਰਟ ਬਹੁਤ ਕਰਦੀ ਸੀ, ਜਿੱਦਾਂ ਐਕਟਿੰਗ, ਸਿੰਗਿੰਗ, ਇੱਦਾਂ ਦੀ ਚੀਜ਼ਾਂ ਮੈਂ ਬਹੁਤ I was very confident ਸੀਗੀ ਮੈਂ। ਤਾਂ ਸਾਰਾ ਮੈਨੂੰ ਕਹਿਣਾ ਬਹਿ ਜਾ, ਚੁੱਪ ਕਰ ਜਾ, ਪਰ ਮੈਂ ਕਰਦੀ ਨਹੀਂ ਸੀ ਨਾ। ਮੈਂ ਬਹੁਤ ਹੈਪੀ ਚਾਈਲਡ ਸੀਗੀ। ਤਾਂ ਫਿਰ ਜਦੋਂ ਮੈਂ 17 ਸੀਗੀ, 16 ਸੌਰੀ, ਕਾਲਜ ਮੈਂ ਜਾਂਦੀ ਸੀ, ਮੇਰਾ ਮੈਂ ਕਨਸੈਂਟਰੇਟ ਨਹੀਂ ਕਰ ਸਕਦੀ ਸੀ ਕਲਾਸ 'ਚ। ਤਾਂ ਮੈਨੂੰ ਪਤਾ ਨਹੀਂ ਸੀ ਲੱਗਦਾ ਵੀ ਕੀ ਹੁੰਦਾ ਆ, ਕਾਹਤੋਂ ਨਹੀਂ। ਮੈਂ ਇੰਨਾ ਪੜ੍ਹ ਸਕਦੀ ਸੀ ਵੀ ਹੁਣ ਕੀ ਹੁੰਦਾ, ਮੈਂ ਕਨੈਕਟ ਨਹੀਂ ਕਰ ਸਕਦੀ। ਤਾਂ ਮੈਂ ਕਿਸੇ ਨੂੰ ਦੱਸਿਆ ਨਹੀਂ ਸੀ। ਮੈਂ ਉੱਦਾਂ ਹੀ ਟਰਾਈ ਕਰੀ ਗਈ ਵੀ ਹੋਰ ਟਰਾਈ ਕਰ ਹਾਰਡ ਕੰਮ ਕਰਨ ਨੂੰ। ਤਾਂ ਫਿਰ ਮੇਰਾ ਜਿਹੜਾ ਸੱਜਾ ਪੈਰ ਆ ਇਹ ਡਰੋਪ ਹੋਣ ਲੱਗ ਪਿਆ। ਤਾਂ ਮੈਂ ਡਿੱਗਣ ਲੱਗ ਪਈ। ਆਲਵੇਜ਼ ਨਹੀਂ, ਪਰ ਜਦੋਂ ਮੈਂ ਟਾਇਰਡ ਹੋ ਜਾਂਦੀ ਸੀ ਤਾਂ ਫਿਰ ਹੌਲੀ ਇਹ ਸਦਾ ਹੀ ਡਰੋਪ ਹੋਣਾ ਪਿਆ। ਡਾਕਟਰ ਨੇ ਸਮਝ ਨਹੀਂ ਕੀਤੀ, ਮੈਂ ਜਾਂਦੀ ਸੀ, ਉਹਨੇ ਸਮਝ ਨਹੀਂ ਕੀਤੀ। ਤਾਂ ਫਿਰ ਜਦੋਂ ਬਹੁਤ ਜ਼ਿਆਦਾ ਇੱਕ ਚਾਂਸ ਹੋ ਗਿਆ, ਮੈਂ ਡਿੱਗ ਪਈ। ਫਿਰ ਉਹਨੇ ਹਸਪੀਟਲ ਭੇਜਿਆ। ਫਿਰ ਉਹਨਾਂ ਨੇ ਚੈੱਕ ਕੀਤੇ, ਸਕੈਨ ਕੀਤਾ, ਮੇਰੀ ਰੀੜ੍ਹ ਦੀ ਹੱਡੀ 'ਚੋਂ ਪਾਣੀ ਕੱਢਿਆ। ਤਾਂ ਉਹਨਾਂ ਨੇ ਟੈਸਟ ਕੀਤਾ,
ਉਹਨਾਂ ਨੂੰ ਪਤਾ ਲੱਗਾ MS ਜਦੋਂ ਤੁਸੀਂ ਸ਼ੁਰੂ ਦੇ ਵਿੱਚ ਤੁਸੀਂ ਦੱਸਿਆ ਕਿ ਤੁਸੀਂ ਬੜੇ ਐਕਟਿਵ ਸੀਗੇ ਇਨ ਦ 16 ਏਜ, ਸੋ ਉਦੋਂ ਤੁਸੀਂ ਜਦੋਂ ਤੁਹਾਨੂੰ ਪਤਾ ਲੱਗ ਸਿੰਪਟਮਸ ਜਿਹੜੇ ਸੀਗੇ ਉਹ ਤੁਸੀਂ ਕਿਸ ਤਰ੍ਹਾਂ ਫੀਲ ਕੀਤੇ, ਕਿਸ ਤਰ੍ਹਾਂ ਆਪਣੇ ਆਪ ਨੂੰ ਫੀਲ ਕਰਨਾ ਸ਼ੁਰੂ ਕੀਤਾ ਕਿ ਤੁਸੀਂ ਟਾਇਰਡ ਹੋ ਰਹੇ ਹੋ, ਜਾਂ ਤੁਹਾਨੂੰ ਕਿਸ ਤਰ੍ਹਾਂ ਸਰੀਰ ਦੇ ਵਿੱਚ ਤੁਸੀਂ ਮਹਿਸੂਸ ਕੀਤਾ? ਇਹ ਤਾਂ ਚੀਜ਼ MS ਨਾਲ ਪਤਾ ਨਹੀਂ ਲੱਗਦਾ, ਇਟਸ ਬਹੁਤ ਔਖੀ ਡਿਜ਼ੀਜ਼ ਹੈ ਡਾਇਗਨੋਸ ਕਰਨ ਨੂੰ, ਤਾਂ ਹੀ ਜਿਹੜੀ ਡਾਇਗਨੋਸਿਸ ਹੈ ਚਿਰ ਲੱਗ ਜਾਂਦਾ ਕਰਕੇ ਡਾਕਟਰਾਂ ਨੂੰ ਵੀ ਪਹਿਲਾਂ ਪਤਾ ਨਹੀਂ ਲੱਗਦਾ ਹੁੰਦਾ ਵੀ ਇਹ ਆ ਵੀ ਹੋ ਸਕਦੀ, ਆ ਚੀਜ਼ ਵੀ ਹੋ ਸਕਦੀ, ਪਰ ਹੁੰਦੀ MS ਆ। ਜਿੱਦਾਂ ਮੈਂ ਤੁਹਾਨੂੰ ਕਿਹਾ ਸੀ, ਮੈਨੂੰ ਪਤਾ ਵੀ ਮੇਰਾ ਕਨਸੈਂਟਰੇਸ਼ਨ ਨਹੀਂ ਲੱਗਦਾ ਸੀ ਸਕੂਲੇ, ਪਰ ਉਸ ਟਾਈਮ ਤੇ ਉਦੋਂ ਨਹੀਂ ਸੀ ਮੈਨੂੰ ਪਤਾ ਵੀ ਕੀ ਹੁੰਦਾ ਆ। So at that stage, was there support within the family or your friends? Everyone? My family ਬਹੁਤ ਸਪੋਰਟਿਵ ਹੈ। ਮੇਰੀ ਫੈਮਿਲੀ ਮੈਂ ਲੱਕੀ ਹਾਂ ਇਸ ਗੱਲੋਂ। ਮੈਂ ਬਹੁਤ ਗ੍ਰੇਟਫੁਲ ਹਾਂ ਵੀ ਮੇਰੀ ਫੈਮਿਲੀ ਮੇਰੀ ਬਹੁਤ ਸਪੋਰਟ ਕੀਤੀ। ਮੇਰੇ ਫਰੈਂਡਸ ਜਿਹੜੇ ਮੇਰੇ ਅਸਲੀ ਫਰੈਂਡਸ ਆ ਉਹ ਮੇਰੇ ਨਾਲ ਰਹੀਆਂ, ਉਹ ਨਹੀਂ ਕਿਤੇ ਗਏ। ਜਿਹੜੇ ਫਰੈਂਡਸ ਨਹੀਂ ਸੀ ਇੰਨੇ ਮੇਰੇ ਨਾਲ, ਉਹ ਕਰਕੇ ਸਾਰੀਆਂ ਚੀਜ਼ਾਂ MS ਤੋਂ ਬਾਅਦ ਮੈਂ ਨਹੀਂ ਕਰ ਸਕਦੀ ਸੀ। ਸ਼ਾਪਿੰਗ ਜਾਣਾ ਉਹ ਵੀ ਡਿਫਰੈਂਟ ਮੈਨੂੰ ਕਰਨਾ ਪਿਆ ਕਵਰੀ, ਕਰਕੇ ਪਹਿਲਾਂ ਹੁਣ ਮੈਂ ਲਾਈਕ ਔਖਾ ਆ ਮੇਰੇ ਤੋਨੇ ਨੂੰ, ਪਰ ਇਹ ਹੌਲੀ ਹੌਲੀ ਵਰਸ ਹੁੰਦਾ ਕਰਕੇ ਪ੍ਰੋਗਰੈਸਿਵ ਕੰਡੀਸ਼ਨ ਆ। ਸੋ ਪਹਿਲਾਂ ਮੈਂ ਤੁਰਦੀ ਸੀ ਪਰ ਥੋੜ੍ਹਾ ਤੁਰਦੀ ਸੀ, ਹੁਣ ਮੈਂ ਮੋਬਿਲਿਟੀ ਸਕੂਟਰ ਯੂਜ਼ ਕਰਦੀ ਜੇ ਮੈਂ ਸ਼ੋਪਾਂ ਨੂੰ ਜਾਣਾ। ਅਡੈਪਟ ਕਰਨਾ ਪਿਆ ਮੈਨੂੰ ਬਹੁਤ। So and from the community, if you received any kind of support, and because ਜਿੱਦਾਂ ਤੁਸੀਂ ਕਿਹਾ explain ਕਰਨਾ ਮੁਸ਼ਕਿਲ ਹੈਗਾ, so in the community ਜਦੋਂ ਤੁਹਾਡੇ ਵੱਲ ਵੇਖਦੇ ਨੇ and when you have to tell them what this actually is, ਤੇ ਉਦੋਂ ਤੁਹਾਨੂੰ ਕੁਝ ਉਹਨਾਂ ਦੇ through ਕੁਝ support ਮਿਲਦੀ ਆ if they're trying to understand it and they actually want to support it? ਹਾਂਜੀ, ਮੈਂ ਇਹ ਗੱਲ ਵੀ ਕਹੂੰਗੀ, ਤਾਂ ਮੈਂ ਆਪਣਾ ਜਿਹੜਾ ਮੈਂ ਚੈਰਿਟੀ ਵਰਕ ਕਰਦੀ ਮੈਂ ਉੱਥੇ ਵੀ ਇਹ ਗੱਲ ਕਹਿੰਦੀ ਵੀ ਜਿਹੜੀ ਸਾਡੀ ਕਮਿਊਨਿਟੀ ਆ, ਸਾਡੀ ਕਮਿਊਨਿਟੀ ਦੇ ਹਾਰਟ ਦੇ ਵਿੱਚ ਹਿਊਮੈਨਿਟੀ ਆ। ਸਾਡੀ ਰਿਲੀਜਨ ਇਜ਼ ਬੇਸਡ ਔਨ ਹਿਊਮੈਨਿਟੀ। ਸੋ ਜਿਹੜੀ ਸਾਡੀ ਕਮਿਊਨਿਟੀ ਆ ਦੇ ਵੈਰੀ ਕਾਈਂਡ, ਲਵਿੰਗ, ਟਰਾਈ ਕਰਦੇ ਅੰਡਰਸਟੈਂਡ ਕਰਨੇ ਨੂੰ, ਪਰ ਜਿਹੜਾ ਪਰਸਨ ਜਾਂਦਾ ਆ ਇਸ ਕੰਡੀਸ਼ਨ ਤੇ ਉਹਨਾਂ ਨੂੰ ਔਖਾ ਵੀ, ਸਪੈਸ਼ਲੀ MS ਕਰਕੇ ਕੰਪਲੈਕਸ ਡਿਜ਼ੀਜ਼ ਆ, ਵੀ ਮੈਂ ਕਿੱਦਾਂ ਐਕਸਪਲੇਨ ਕਰਾਂ। ਸੋ ਇਸ ਗੱਲੋਂ ਇਟਸ ਬੀਨ ਹਾਰਡ। ਦ ਕਮਿਊਨਿਟੀ ਟਰਾਈ ਕੀਤੀ ਆ ਉਹਨਾਂ ਨੇ, ਪਰ ਕਿੰਨੀਆਂ ਗੱਲਾਂ 'ਚ ਜਦੋਂ ਮੈਂ ਪਹਿਲਾਂ ਡਾਇਗਨੋਸ ਹੋਈ ਮੇਰੇ ਮੈਂਟਲੀ ਵੀ ਮੇਰੇ ਲਈ ਬਹੁਤ ਹਾਰਡ ਸੀ, ਕਰਕੇ ਹੌਲੀ ਹੌਲੀ ਥੋੜ੍ਹੀ ਜਿਹੀ ਆਪਣੀ ਬੋਡੀ ਦੀ ਲੂਜ਼ ਹੋ ਜਾਂਦਾ ਸੀ, ਤਾਂ ਮੈਂ ਕੰਟਰੋਲ ਨਹੀਂ ਕਰ ਸਕਦੀ ਸੀ। ਪਰ ਜਿਹੜੇ ਚੀਜ਼ਾਂ ਮੈਂ ਸੁਣਦੀ ਸੀ ਉਹ ਮੈਨੂੰ ਔਖੀਆਂ ਲੱਗਦੀਆਂ ਸੀ। ਮੈਂ ਉਹਦਾ ਕਿਸੇ ਨੂੰ ਨਹੀਂ ਸੀ ਇਹ ਗੱਲ ਦੱਸੀ, ਪਰ ਮੈਨੂੰ ਸੁਣਦਾ ਸੀ। ਮੇਰੀ ਮੰਮੀ ਨੂੰ ਕਹਿੰਦੇ ਸੀ ਉਹਨਾਂ ਲਈ ਬਹੁਤ ਔਖਾ ਆ, ਉਹਨਾਂ ਨੂੰ ਵਿਆਹੁਣਾ ਕਿੱਦਾਂ। ਪਰ ਇਹ ਗੱਲਾਂ ਮੇਰੇ ਲਈ ਔਖੀਆਂ ਸੀ, ਕਰਕੇ ਮੈਂ ਸੋਚਦੀ ਸੀ ਉਸ ਟਾਈਮ 'ਤੇ ਵੀ ਮੈਂ ਫੇਲ ਹੁੰਦੀ ਹਾਂ, ਮੈਂ ਉਹਨਾਂ ਨੂੰ ਲੈਟ ਡਾਊਨ ਕਰਦੀ ਹਾਂ, ਪਰ ਮੇਰੇ ਕੰਟਰੋਲ 'ਚ ਨਹੀਂ ਸੀ ਇਹ ਗੱਲਾਂ। ਤਾਂ ਮੈਂ ਕਹਿੰਦੀ ਵੀ ਜਿਹੜੇ ਮੇਰੇ ਪੋਜੀਸ਼ਨ 'ਚ ਹੁਣ ਜੇ ਕੋਈ ਹੋਵੇ ਉਹਨਾਂ ਨੂੰ ਸਟਰੈਂਥ ਦੇਣਾ ਚਾਹੀਦਾ ਵੀ ਹਾਂਜੀ ਫੈਮਿਲੀ ਲਈ ਡਿਫਿਕਲਟ ਆ, ਮੈਂ ਮੰਨਦੀ ਹਾਂ ਇਟਸ ਵੈਰੀ ਹਾਰਡ, ਪਰ ਉਹ ਜਿਹੜਾ ਬੰਦਾ ਉਸ ਪੋਜੀਸ਼ਨ ਦੇ ਵਿੱਚ ਆ ਉਹਨਾਂ ਨੂੰ ਓਵਰਲੁੱਕ ਨਹੀਂ ਕਰਨਾ ਚਾਹੀਦਾ। ਜਿੱਦਾਂ ਜਦੋਂ ਗੱਲਾਂ ਕਰਦੇ ਸੀ ਕਮਿਊਨਿਟੀ ਮੇਰੀ ਮੰਮੀ ਨਾਲ ਕਰਨੀਆਂ ਮੇਰੇ ਬਾਰੇ, ਪਰ
ਮੈਂ ਉਹ ਪਰਸਨ ਆ, ਤੁਸੀਂ ਮੇਰੇ ਨਾਲ ਕਰ ਲਓ, ਯੂ نو ਕਰਕੇ ਮੇਰਾ ਦਿਮਾਗ ਤਾਂ ਚੱਲਦਾ ਆ, ਇਟਸ ਜਸਟ ਮਾਈ ਬੋਡੀ। ਮਤਲਬ ਇਸ ਤਰ੍ਹਾਂ ਲੱਗਦਾ ਬੇਟਾ ਵੀ ਜਿਵੇਂ ਹੁਣ ਆਪਾਂ ਨਾ ਕਿਤੇ ਗੁਰਦੁਆਰੇ ਵੀ ਜਾਂਦੇ ਆ ਜਾਂ ਕਿਸੇ ਹੋਰ ਇਸ ਤਰ੍ਹਾਂ ਕਮਿਊਨਿਟੀ ਸੈਂਟਰ ਜਾਂਦੇ ਆ ਜਾਂ ਕਿਸੇ ਹੋਰ ਚੀਜ਼ ਤੇ ਜਦੋਂ ਆਪਣੇ ਉੱਥੇ ਕਿ ਪੰਜਾਬੀ ਸਾਨੂੰ ਮਾਤਾਵਾਂ ਵੀ ਭੈਣਾਂ ਵੀ ਸਾਡੇ ਹਾਣ ਦੀਆਂ ਵੀ ਮਿਲਦੀਆਂ ਵਾ, ਕੀ ਹੁੰਦਾ ਕਿ ਅਸੀਂ ਉਹਦੇ ਵਿੱਚ ਕਈ ਵਾਰੀ ਨਾ ਅਸੀਂ ਅੰਦਰੋਂ ਤਾਂ ਉਹਦਾ ਦੁੱਖ ਲਾਉਂਦੇ ਆ, ਲੇਕਿਨ ਸਾਡਾ ਇੱਕ ਤਰੀਕਾ ਹੋਰ ਵੱਖਰਾ ਹੁੰਦਾ, ਹਾਂ ਤੈਨੂੰ ਬਿਮਾਰੀ ਆ ਗਈ, ਹਾਂ ਤੈਨੂੰ ਹੁਣ ਕੀ ਕਰੇਂਗੀ, ਹਾਂ ਤੂੰ ਆ ਕਿੱਦਾਂ ਹੋਊਗੀ ਹੁਣ, ਤੇ ਇਦਾਂ ਕਰਕੇ ਉਹ ਕਈ ਵਾਰੀ ਕਿ ਜਿਹੜਾ ਜਿਸ ਇਫੈਕਟਿਵ ਹੁੰਦਾ ਜਿਹੜਾ ਬੰਦਾ ਉਹਦੇ ਉੱਤੇ ਇਹਦਾ ਅਸਰ ਹੋ ਜਾਂਦਾ। ਲੇਕਿਨ ਤੇਰੇ ਬੇਟੇ ਹੌਸਲੇ ਬੜੇ ਬੁਲੰਦ ਆ, ਮੈਂ ਤੇਰੀ ਗੱਲਾਂ ਤੋਂ ਸੁਣਿਆ ਕਿ ਤੇਰਾ ਹੌਸਲਾ ਬੜਾ ਪਰਫੈਕਟ ਹੈ ਬਿਲਕੁਲ। ਇਹਦਾ ਕੀ ਕਾਰਨ ਆ? ਹੁਣ ਤਾਂ ਆ, ਪਰ ਮੈਂ ਬਹੁਤ ਜਿੱਦਾਂ ਔਖੇ ਟਾਈਮ ਵੀ ਮੈਂ ਬਹੁਤ ਦੇਖੇ, ਮੈਨੂੰ 15 ਸਾਲ ਹੋ ਗਏ ਹੁਣ ਇਸ ਬਿਮਾਰੀ ਨੂੰ। ਜਦੋਂ ਮੈਂ ਬਹੁਤ ਯੰਗ ਸੀ ਮੈਂ ਲਓ ਸੀਗੀ ਔਰ ਮੈਂ ਯੂਨੀਵਰਸਿਟੀ ਸੀਗੀ, ਉਦੋਂ ਮੈਂ ਪੜ੍ਹਦੀ, ਪਰ ਮੈਨੂੰ ਯੂਨੀਵਰਸਿਟੀ ਵੀ ਜ਼ਿਆਦਾ ਚਿਰ ਲੱਗਾ ਹੋਰ ਸਾਰਿਆਂ ਨਾਲੋਂ, ਕਰਕੇ ਮੈਂ ਠੀਕ ਨਹੀਂ ਸੀ, ਸੋ ਮੈਨੂੰ ਟਾਈਮ ਆਫ ਲੈਣਾ ਪਿਆ, ਔਨ ਲੈਣਾ ਪਿਆ, ਆਫ ਲੈਣਾ ਪਿਆ, ਸੋ ਇਟ ਟੁਕ ਅ ਲੌਂਗ ਟਾਈਮ। ਤਾਂ ਮੈਂ ਇੱਕ ਟਾਈਮ ਸੀਗਾ ਜਦੋਂ ਮੈਂ ਸੋਚਿਆ ਕੀ ਆ ਜ਼ਿੰਦਗੀ ਕੀ ਆ ਤੁਸੀਂ ਲਿਵ ਕਰਦੇ ਬਈ, ਮੈਨੂੰ ਪਤਾ ਸੀ ਬਿਮਾਰੀ ਵਰਸ ਹੋਣ ਵਾਲੀ ਆ ਬਈ, ਮੈਂ ਕਾਹਤੋਂ ਇਹ ਚੀਜ਼ਾਂ ਕਰਦੀ ਹਾਂ ਵੀ ਮੈਨੂੰ ਕੋਈ ਦੱਸਦਾ ਨਹੀਂ ਸੀ, ਕੋਈ ਲਿਵ ਕਰਨ ਦਾ ਕੋਈ ਫਾਇਦਾ ਕੀ ਸੀ। ਮਤਲਬ ਇੱਕ ਟਾਈਮ ਸੀਗਾ ਕਿ ਤੁਸੀਂ ਬਹੁਤ ਆਪਣੇ ਆਪ ਨੂੰ ਇਦਾਂ ਮਹਿਸੂਸ ਕੀਤਾ ਕਿ ਹੌਸਲਾ ਬਹੁਤ ਘਟ ਗਿਆ, ਹਨਾ, ਜਿਸ ਤਰ੍ਹਾਂ ਮੈਂ ਹੁਣ ਕਿਸ ਤਰ੍ਹਾਂ, ਲੇਕਿਨ ਉਹ ਤੋਂ ਬਾਅਦ ਤੁਸੀਂ ਹੌਲੀ ਹੌਲੀ ਆਪਣੇ ਆਪ ਨੂੰ ਫਿਰ ਜਿਹੜਾ ਖੜਾ ਕੀਤਾ ਆਪਣੇ ਆਪ ਨੂੰ, ਤੇ ਬਿਲਕੁਲ ਉਹ ਤੁਸੀਂ ਆਪਣੀ ਤਾਕਤ ਲਿਆਂਦੀ ਆਪਣੇ ਵਿੱਚ ਕਿ ਇਹ ਮੇਰੇ ਨਾਲ ਹੋ ਗਿਆ ਵਾ ਔਰ ਮੈਨੂੰ ਇਹਨੂੰ ਮਤਲਬ ਬੜੇ ਜਿੱਦਾਂ ਕਿ ਵੀ ਅਕਾਲ ਪੁਰਖ ਨੇ ਜੋ ਕਰਨਾ ਉਹ ਕਰ ਦਿੱਤਾ ਵਾ, ਤਾਂ ਤੇ ਇਹ ਉਹਦਾ ਭਾਣਾ ਜਿਹੜਾ ਮੈਨੂੰ ਮੰਨਣਾ ਪੈਣਾ, ਹਨਾ, ਤੇ ਆਪਣੇ ਆਪ ਨੂੰ ਤਕੜਾ ਕੀਤਾ ਫਿਰ। ਕਰਕੇ ਮੈਂ ਇਹ ਤੁਹਾਡੀ ਗੱਲ ਮੈਂ ਮੰਨਦੀ ਹਾਂ, ਮੈਂ ਵੀ ਇਹ ਹੋ ਗਿਆ ਤਾਂ ਮੈਂ ਮੰਨਦੀ ਹਾਂ ਜੋ ਵਾਹਿਗੁਰੂ ਜੀ ਕਰਦੇ ਆ ਸਹੀ ਆ। ਤਾਂ ਇਹ ਫਿਰ ਮੈਂ ਸੋਚਿਆ ਵੀ ਕੋਈ ਰੀਜ਼ਨ ਆ ਵੀ ਮੈਨੂੰ ਕੁਛ ਕਰਨਾ ਚਾਹੀਦਾ ਇਹਦੇ ਨਾਲ, ਇੱਦਾਂ ਨਹੀਂ ਵੀ ਮੈਂ ਬਸ ਬਹਿ ਜਾਵਾਂ, ਮੈਂ ਕੁਛ ਕਰਨਾ ਨਹੀਂ, ਮੈਂ ਇਹਦੇ ਨਾਲ ਕੁਛ ਕਰਾਂ, ਮੈਂ ਆਪਣੇ ਆਪ ਨੂੰ ਬਿਲਡ ਅਪ ਕਰਾਂ। ਸੋ ਪਾਠ ਦੇ ਵਿੱਚ ਮੈਨੂੰ ਬਹੁਤ ਸਟਰੈਂਥ ਮਿਲੀ, ਗੁਰਬਾਣੀ, ਵਾਹਿਗੁਰੂ ਜੀ, ਮੈਂ ਇੱਥੇ ਬੈਠੀ ਨਹੀਂ ਹੋਣਾ ਸੀ ਉਹਨਾਂ ਦੀ ਕਿਰਪਾ ਤੋਂ ਬਿਨਾਂ। ਸੋ ਮੈਂ ਇਹ ਵੀ ਕਹਿੰਦੀ ਹਾਂ ਵੀ ਕਾਕੇ ਮੈਂ ਪੰਜਾਬੀ ਉਹਦਾ ਬੋਲ ਲੈਂਦੀ ਹਾਂ, ਪਰ ਮੈਂ ਲਿਖਦੀ ਨਹੀਂ, ਨਾ ਮੈਂ ਪੜ੍ਹਦੀ ਹਾਂ, ਪਰ ਮੈਂ ਬਸ ਸੁਣੀ ਗਈ, ਮੈਂ ਚੌਪਾਈ ਸਾਹਿਬ ਲਾ ਲੈਣਾ ਤਾਂ ਮੈਂ ਬਸ ਸੁਣੀ ਜਾਣਾ। ਤਾਂ ਫਿਰ ਮੇਰੀ ਮਾਈਂਡ ਦੀ ਡਾਇਰੈਕਸ਼ਨ ਚੇਂਜ ਹੋਈ ਥੋੜ੍ਹੀ ਜਿਹੀ, ਤਾਂ ਮੈਂ ਸੋਚਿਆ ਮੈਂ ਕਿਸੇ ਤਰ੍ਹਾਂ ਇਨਵੋਲਵ ਹੋਵਾਂ, ਤਾਂ ਫਿਰ ਮੈਂ ਚੈਰਿਟੀਆਂ ਨਾਲ ਫਿਰ ਇਨਵੋਲਵ ਹੋਣ ਲੱਗ ਪਈ। ਲੋਕਲ ਜਿਹੜਾ MS ਸੁਸਾਇਟੀ ਆ, ਉਹ 'ਚ ਮੈਨੂੰ ਬਹੁਤ ਸਟਰੈਂਥ ਮਿਲਿਆ, ਕਿਉਂਕਿ ਉੱਥੇ ਜਿਹੜੇ ਸਾਰੇ ਹੈਗੇ ਆ ਉਹਨਾਂ ਕੋਲ ਵੀ MS ਆ, ਤਾਂ ਉਹ ਸੱਚੀ ਉਹਨਾਂ ਨੇ ਅੰਡਰਸਟੈਂਡ ਕਰਨਾ ਮੈਨੂੰ, ਕਿਉਂਕਿ ਜੋ ਕੁਛ ਮੇਰੇ ਨਾਲ ਹੁੰਦੀ ਆ ਉਹਨਾਂ ਨਾਲ ਵੀ ਸੇਮ ਹੁੰਦੀ ਆ। So asli ona ne understand karna. So today you have found strength in others who are going through the same situation and part and your family, and I think jera ਮੈਂ ਦੇਖਿਆ ਆ ਬਈ ਸਾਡੀ ਕਮਿਊਨਿਟੀ ਅਸੀਂ ਜਿੱਦਾਂ ਸੀਕ੍ਰੀਟਿਵ ਬਹੁਤ ਆ, ਜਦੋਂ ਬਿਮਾਰੀ ਆ ਉਹ ਡਿਸੇਬਿਲਿਟੀ ਆ ਅਸੀਂ we back away, ਤਾਂ ਅਸੀਂ ਆਪਣੇ ਆਪ 'ਚ ਰੱਖਣੀ, ਆਪੇ ਹੀ ਸੰਭਾਲਣੀ। ਨਾ ਜਿਹੜੀ ਕਮਿਊਨਿਟੀ ਆ ਇਸ ਸੋ ਇੰਪੋਰਟੈਂਟ। ਤਾਂ ਉੱਥੋਂ ਜਿੱਦਾਂ ਮੈਂ ਤੁਹਾਨੂੰ ਦੱਸਦੇ ਇੰਨਾ ਸਟਰੈਂਥ ਮੈਨੂੰ ਮਿਲਿਆ, ਮੈਂ ਹੁਣ ਜਿੱਦਾਂ ਹੌਲੀ ਹੌਲੀ ਮੈਂ
ਜਦੋਂ ਮੈਂ ਤੁਹਾਨੂੰ ਦੱਸਦੀ ਸੀ ਮੈਂ ਚੈਰਿਟੀਆਂ ਨਾਲ ਹੁਣ ਹਾਂਜੀ। ਕੰਮ ਕਰਦੀ ਹਾਂ। I'm trying to work with them volunteer basis ਤੇ to try to ਉਹਨਾਂ ਦੀ ਹੈਲਪ ਕਰਾਂ ਕਿਉਂਕਿ ਮੈਂ ਚਾਹੁੰਦੀ ਹਾਂ ਜੋ ਕੁਛ ਮੈਂ ਦੇਖਿਆ ਸੀ lonely, isolated, depressed ਹੋਰ ਕੋਈ ਇੱਦਾਂ If you ਨਾ can tell ਦੇਖੇ। more about the organizations that you work for ਕਿ ਲੋਕਾਂ ਨੂੰ ਕਿ ਉਹ ਉੱਥੇ ਜਾ ਕੇ ਕਿੱਦਾਂ ਦਾ support expect ਕਰ ਸਕਦੇ ਹੈਗੇ ਆ। Okay. So if you can tell more Yeah, about that. the MS Society Birmingham ਮੈਂ ਪਹਿਲਾਂ ਉੱਥੇ ਇੱਕ ਵਾਰੀ ਗਈ ਸੀਗੀ ਪਹਿਲ ਜਦੋਂ ਮੈਂ ਡਾਇਗਨੋਸ ਹੋਈ ਸੀਗੀ ਪਰ ਉੱਥੇ ਜ਼ਿਆਦਾ ਸਿਆਣੇ ਸੀਗੇ ਤਾਂ ਮੇਰੀ ਏਜ ਦਾ ਕੋਈ ਹੈ ਨਹੀਂ ਸੀ ਤਾਂ ਇਕੱਲੀ ਮੈਂ ਸੀਗੀ ਪੰਜਾਬੀ ਕਮਿਊਨਿਟੀ ਤੋਂ ਮੈਨੂੰ ਉਹ ਜਿਹੜੇ ਉੱਥੇ ਸੀਗੇ ਲਵਲੀ ਸੀਗੇ ਰੀਲੀ ਨਾਈਸ ਪਰ ਮੈਂ ਔਰ ਨਾ ਮੈਂ ਕਨੈਕਟ ਨਹੀਂ ਹੋਈ ਉਦੋਂ ਮੈਂ ਯੰਗ ਸੀ ਬਿਮਾਰੀ ਇੰਨੀ ਨਹੀਂ ਮੈਨੂੰ ਅਫੈਕਟ ਕਰਦੀ ਸੀ ਸੋ ਮੈਂ ਸੋਚਿਆ ਨਾ ਠੀਕ ਹੈ ਮੈਂ ਆਪੇ ਆ ਕਰ ਸਕਦੀ ਹਾਂ ਪਰ ਨਹੀਂ ਤੁਹਾਨੂੰ ਸਪੋਰਟ ਇਹ ਚਾਹੀਦੀ ਆ ਸੋ ਹੁਣ ਮੈਂ ਉੱਥੇ ਮੁੜ ਕੇ ਜਾਣ ਲੱਗ ਪਈ ਮੈਨੂੰ ਸਾਲ ਕੁ ਹੋ ਗਿਆ ਤਾਂ ਉਹ ਮੈਨੂੰ ਕਹਿੰਦੇ ਆ ਵੀ ਮੈਨੂੰ ਇਨਕਰੇਜ ਕਰਦੇ ਆ ਸਪੋਰਟ ਕਰਦੇ ਆ ਮੈਨੂੰ ਕਹਿੰਦੇ ਵੀ ਜਿਹੜੇ ਤੁਸੀਂ ਕੰਮ ਕਰਦੇ ਰੀਲੀ ਗੁੱਡ ਤੁਸੀਂ ਕਰੀ ਜਾਓ ਕੋਈ ਵਾਰੀ ਅਸੀਂ ਉੱਥੇ ਮੀਟ ਅਪ ਕਰਨਾ ਸਿਰਫ ਗੱਲਾਂ ਕਰਨੀਆਂ ਸਦਾ ਹੀ MS ਦੀਆਂ ਨਹੀਂ ਲਾਈਫ ਦੀਆਂ ਕਿਉਂਕਿ ਜਿਹੜੀ ਡਿਸੇਬਿਲਿਟੀ ਆ ਉਹਦੇ ਪਿੱਛੇ ਇਨਸਾਨ ਆ ਤਾਂ ਉਹ ਲਾਈਫ ਆਪਣੀ ਜ਼ਿੰਦਗੀ ਭੋਗਦਾ ਬਿਲਕੁਲ So what do you think today is the key to changing this mindset, the stigma which is attached with, chronic illness? I think ekta understanding, education, बहुत important है जे थानू पता नहीं community दी fault भी नहीं if they don't know जिन्होंने पता नहीं फिर ਅਸੀਂ ਕਿੱਦਾਂ ਐਕਸਪੈਕਟ ਕਰ ਸਕਦੇ ਵੀ ਉਹ ਅੰਡਰਸਟੈਂਡ ਕਰੋਗੇ ਨੋ ਤਾਂ ਹੀ ਮੈਂ ਚਾਹੁੰਦੀ ਹਾਂ ਵੀ ਮੈਂ ਐਜੂਕੇਸ਼ਨ ਦਵਾਂ ਵੀ ਜਿਹੜਾ ਡਿਸੇਬਲ ਪਰਸਨ ਹੈ ਮੈਂ ਹਜੇ ਵੀ ਚਾਹੁੰਦੀ ਹਾਂ ਵੀ ਮੈਂ ਇੰਡੀਪੈਂਡੈਂਟ ਬਣਾ ਮੈਂ ਇੱਦਾਂ ਨਹੀਂ ਚਾਹੁੰਦੀ ਵੀ ਮੈਂ ਹੋਰ ਕੋਈ ਮਿਲ ਲਿਆ ਕਰੇ ਹੋਰ ਕੋਈ ਮਿਲ ਲਿਆ ਕਰੇ I try to be as independent as I can be so ਸਾਰੇ ਹਰ ਇੱਕ ਪਰਸਨ ਇੱਦਾਂ ਚਾਹੁੰਦਾ ਆ ਵੀ ਮੈਂ ਆਪਣੇ ਆਪ ਲਈ ਆਹ ਚੀਜ਼ ਕਰਾਂ ਤੁਸੀਂ ਉਹਨਾਂ ਦੀ ਸਪੋਰਟ ਕਰੋ ਇਹ ਨਾ ਸਮਝੋ ਵੀ ਇਹ ਕੁਛ ਕਰ ਨਹੀਂ ਸਕਦੇ ਅਸੀਂ ਉਹਨਾਂ ਲਈ ਕਰਦੇ ਹਾਂ ਤੁਸੀਂ ਸੋਚਦੇ ਅਸੀਂ ਚੰਗੀ ਚੀਜ਼ ਕਰਦੇ ਹਾਂ ਉਹ ਵਾਈਜ਼ ਚੰਗੀ ਚੀਜ਼ ਨਹੀਂ ਉਸ ਪਰਸਨ ਨੂੰ ਸਮਝੋ ਵੀ ਇਹਨਾਂ ਨੂੰ ਪੁੱਛੇ ਹੈਲਪ ਚਾਹੀਦੀ ਆ ਇੱਦਾਂ ਨਹੀਂ ਵੀ ਹੈਲਪ ਅਸੀਂ ਕੰਮ ਕਰਦੀ ਇਹਨਾਂ ਸੇ ਕਰਕੇ ਸਾਡੇ ਕੋਲ ਹੁੰਦਾ ਆ ਉਹ ਜਿਹੜਾ ਪਰਸਨ ਹੈ ਉਹ ਵੀ ਚਾਹੁੰਦਾ ਆ ਵੀ ਮੈਂ ਟਰਾਈ ਕਰਾਂ ਉਹਨਾਂ ਨੂੰ ਸ਼ਾਇਦ ਥੋੜਾ ਜਿਹਾ ਜ਼ਿਆਦਾ ਚਿਰ ਲੱਗ ਜਾਊਗਾ ਪਰ ਕੰਮ ਤਾਂ ਉਹ ਹੀ ਹੋਣਾ ਕੰਮ ਤੇ ਹੋਣਾ ਜਿਵੇਂ ਆਪਾਂ ਡਾਇਗਨੋਸ ਦੀ ਗੱਲ ਕਰੀਏ ਜਿਹੜੀ ਇਹ ਬਿਮਾਰੀ MS ਦੀ ਹੈਗੀ ਆ ਇਹਦਾ ਕੋਈ ਪਰਫੈਕਟ ਜਿਹੜਾ ਇਲਾਜ ਹੈਗਾ ਕਿ ਜਾਂ ਕਿ ਇਹਦੀ ਇੱਕ ਸਿਰਫ ਰੋਕਥਾਮ ਹੀ ਆ ਇਹਦਾ ਪਰਫੈਕਟ ਇਲਾਜ ਕੋਈ ਨਹੀਂ ਹੈ ਨਹੀਂ ਇਹਦਾ ਕਿਉਰ ਹੈ ਨਹੀਂ ਕਿਉਰ ਇਹਦਾ ਹੈ ਨਹੀਂ ਜਦੋਂ ਮੈਂ ਡਾਇਗਨੋਸ ਹੋਈ ਸੀ ਉਹ ਕਹਿੰਦੇ ਸੀ 10 ਸਾਲਾਂ ਚ ਇਹਦਾ ਕਿਉਰ ਮਿਲ ਜਾਊਗਾ ਪਰ ਹਜੇ ਤੱਕ ਕਿਉਰ ਨਹੀਂ ਮਿਲਿਆ ਰਿਸਰਚ ਤਾਂ ਕਰਦੇ ਆ ਪਰ ਕਿਉਰ ਨਹੀਂ ਹੁਣ ਇੰਨੇ ਚਿਰ ਜਦੋਂ ਦੀ ਮੈਂ ਡਾਇਗਨੋਸ ਹੋਈ ਹਾਂ ਬਹੁਤ ਮੈਡੀਕੇਸ਼ਨਸ ਆਈਆਂ ਆ ਤਾਂ ਉਹ ਜਿੱਦਾਂ ਡਿਜ਼ੀਜ਼ ਮੋਡੀਫਾਈਂਗ ਥੈਰੇਪੀਜ਼ ਆ ਸੋ ਉਹ ਸਲੋ ਕਰ ਦਿੰਦੀਆਂ ਪ੍ਰੋਗਰੈਸ MS ਦੀਆਂ ਕਿਉਂਕਿ 4 ਟਾਈਪ ਆ MS ਦੇ ਇੱਕ ਬਨਾਈਨ ਆ ਇੱਕ ਰਿਲੈਪਸਿੰਗ ਰਿਮਿਟਿੰਗ ਇੱਕ ਸੈਕੰਡਰੀ ਪ੍ਰੋਗਰੈਸਿਵ ਤਾਂ ਇੱਕ ਪ੍ਰਾਇਮਰੀ ਪ੍ਰੋਗਰੈਸਿਵ ਤਾਂ ਜਿੱਦਾਂ ਸਕੇਲ ਤੇ ਆ ਬਨਾਈਨ ਕੁਛ ਹੁੰਦਾ ਪਰ ਮੁੜ ਕੇ ਫਿਰ ਕੋਈ ਸਿੰਪਟਮ ਨਹੀਂ ਹੁੰਦਾ ਰਿਲੈਪਸਿੰਗ ਰਿਮਿਟਿੰਗ ਉਹ ਜਿਹੜਾ ਮੇਰੇ ਕੋਲ ਆ ਉਹ ਹੋਇਆ ਵੀ ਤੁਸੀਂ ਠੀਕ ਰਿਲੈਪਸ ਹੁੰਦਾ ਜਦੋਂ ਜ਼ਿਆਦਾ ਸਿੰਪਟਮਸ ਹੋ ਜਾਂਦੇ ਆ ਪਰ ਤੁਸੀਂ ਮੁੜ ਕੇ ਫਿਰ ਠੀਕ ਹੋ ਜਾਂਦੇ ਆ ਸਟੀਰੋਇਡ ਲੈਣੇ ਪੈਂਦੇ ਟ੍ਰੀਟਮੈਂਟ ਮੈਡੀਕੇਸ਼ਨ ਤਾਂ ਰੈਸਟ ਪਰ ਤੁਸੀਂ ਮੁੜ ਕੇ ਫਿਰ ਠੀਕ ਹੋ ਜਾਂਦੇ ਆ ਪਰ ਓਵਰ ਟਾਈਮ
ਉਹ ਜਿੱਦਾਂ ਟਾਈਮ ਤੋਂ ਬਾਅਦ ਡੈਮੇਜ ਹੋ ਜਾਂਦਾ ਆ ਤਾਂ ਤਾਈਓ ਫਿਰ ਡਿਸੇਬਿਲਿਟੀ ਆ ਜਾਂਦੀ ਆ ਈਵਨ ਰਿਲੈਪਸ ਰਿਮਿਟੈਂਟ 'ਚ ਜਿਹੜੇ ਦੂਜੇ ਦੋ ਆ ਸੈਕੰਡਰੀ ਪ੍ਰੋਗਰੈਸਿਵ ਤਾਂ ਪ੍ਰਾਇਮਰੀ ਪ੍ਰੋਗਰੈਸਿਵ ਸੈਕੰਡਰੀ ਨੂੰ ਹੌਲੀ ਹੌਲੀ ਜ਼ਿਆਦਾ ਹੋਈ ਜਾਣਾ ਜਿਹੜਾ ਪ੍ਰਾਇਮਰੀ ਆ ਉਹਨੇ ਫਾਸਟ ਜ਼ਿਆਦਾ ਹੋਈ ਜਾਣਾ some medication ਤੇ at the moment ਜਿਹੜੇ ਟਰਾਈ ਕਰਦੇ ਇਸ ਡਿਜ਼ੀਜ਼ ਨੂੰ ਕੰਟਰੋਲ ਕਰਨ ਨੂੰ ਪਰ ਕੋਈ ਇਲਾਜ ਹੈ ਨਹੀਂ ਤੁਸੀਂ ਕੀ ਸਮਝਦੇ ਹੋ ਕਿ ਜਿਵੇਂ ਕਿ ਇਹ ਜਿਹੜੀ ਬਿਮਾਰੀ MS ਦੀ ਹੈਗੀ ਆ ਇਹ ਜ਼ਿਆਦਾ ਦਿਮਾਗ ਨੂੰ ਯੂਜ਼ ਕਰਨ ਦੇ ਨਾਲ ਹੁੰਦੀ ਆ ਕਿ ਜਾਂ ਕਿ ਡਿਪਰੈਸ਼ਨ ਦੇ ਕਾਰਨ ਹੁੰਦੀ ਆ ਜਾਂ ਕੋਈ ਅਦਰ ਰੀਜ਼ਨ ਨਹੀਂ ਇਹਨਾਂ ਨੂੰ ਪਤਾ ਨਹੀਂ ਬੇ ਕਾਤੋਂ ਹੁੰਦੀ ਆ ਇਹਨਾਂ ਨੂੰ ਹਜੇ ਮਿਲਿਆ ਨਹੀਂ ਇਹਨਾਂ ਨੂੰ they don't know why it happens ਕਿੰਨੇ ਫੈਕਟਰਸ ਇਨਵੈਸਟੀਗੇਟ ਕਰਦੇ ਆ ਪਰ ਇਹਨਾਂ ਨੂੰ ਹਜੇ ਪਤਾ ਨਹੀਂ ਲੱਗਾ ਵੀ ਐਗਜ਼ੈਕਟਲੀ ਕਾਤੋਂ ਹੁੰਦੀ ਆ ਕਿਉਂ ਹੁੰਦੀ ਆ ਹਾਂਜੀ ਜਿੱਦਾਂ ਕੋਈ ਕਹਿ ਦਿੰਦੇ ਹੈਰੀਡਿਟਰੀ ਆ ਫੈਮਲੀਆਂ 'ਚ ਆ ਪਰ ਕਿਸੇ ਫੈਮਲੀ 'ਚ ਹੈਗਾ ਕਿਸੇ 'ਚ ਐਕਟੀ 'ਚ ਨਾ ਹੁਣ ਮੈਂ ਹੀ ਆ ਇਕੱਲੀ ਮਾਈ ਫੈਮਲੀ ਤਾਂ ਹੋਰ ਕਿੰਨੇ ਜਣੇ ਮੈਨੂੰ ਪਤਾ ਆ ਪਰ ਕਿੰਨੇ ਜਣੇ ਮੈਨੂੰ ਪਤਾ ਜਿਨ੍ਹਾਂ ਦੀ ਫੈਮਲੀ 'ਚ ਇਹ ਹੈਗਾ ਆ ਸੋ ਉਹ ਵੀ ਜਿ MS ਮੈਂ ਕਹਿੰਦੀ ਸੀਗੀ ਬਹੁਤ ਕੰਪਲੈਕਸ ਹੈ ਤਾਂ ਕਿੰਨੀਆਂ ਚੀਜ਼ਾਂ ਆ ਜਿਹੜੇ ਹਜੇ ਇਹਨਾਂ ਨੂੰ ਪਤਾ ਹੀ ਨਹੀਂ they don't know ਤੁਸੀਂ ਜਿਹੜੇ ਅੱਜ ਦੇ ਸਾਡੇ ਯੰਗ ਆ ਉਹਨਾਂ ਨੂੰ ਕੀ ਤੁਸੀਂ ਸੁਨੇਹਾ ਦੇਣਾ ਚਾਹੋਗੇ ਕਿ ਇਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਅਵੋਇਡ ਕਿਸ ਤਰ੍ਹਾਂ ਕੀਤਾ ਜਾ ਸਕਦਾ ਅਵੋਇਡ MS ਤੁਸੀਂ ਅਵੋਇਡ ਤਾਂ ਕਰ ਸਕਦੇ ਕਰ ਨਹੀਂ ਸਕਦੇ ਜੇ ਹੋਣਾ ਆ then it will happen ਮੈਂ ਇਹ ਗੱਲ ਕਹੂੰਗੀ ਵੀ ਜਿੱਦਾਂ ਮੇਰੀ ਸਿਚੁਏਸ਼ਨ ਜਦੋਂ ਮੈਨੂੰ ਹੋਇਆ ਸੀ ਮੈਨੂੰ ਇਹ ਨਹੀਂ ਸੀ ਪਤਾ ਵੀ healthy eating ਇਹ ਤੁਹਾਨੂੰ ਹੈਲਪ ਕਰ ਸਕਦਾ ਐਕਸਰਸਾਈਜ਼ ਤੁਹਾਨੂੰ ਐਕਸਰਸਾਈਜ਼ ਜ਼ਿਆਦਾ ਕਰਨੀ ਚਾਹੀਦੀ ਆ ਜਦੋਂ ਮੈਂ ਡਾਇਗਨੋਸ ਹੋਈ ਸੀ ਮੈਂ ਯੰਗ ਸੀਗੀ ਮੇਰੇ ਮਾਈਂਡ 'ਚ ਸੀ ਵੀ ਮੇਰੇ ਕੋਲ ਐਕਸਰਸਾਈਜ਼ ਹੁੰਦਾ ਨਹੀਂ ਔਖਾ ਆ ਤਾਂ ਸਾਰੇ ਲਾਈਕ ਜਿਹੜੇ ਮੇਰੇ ਅਰਾਊਂਡ ਸੀਗੇ ਉਹ ਚਾਹੁੰਦੇ ਨਹੀਂ ਸੀ ਵੀ ਮੈਂ ਔਖੀ ਹੋਵਾਂ ਪਰ ਐਕਸਰਸਾਈਜ਼ ਇਜ਼ ਵੈਰੀ ਗੁੱਡ ਤਾਂ ਇਹ ਚੀਜ਼ ਤੁਸੀਂ ਕਿੰਨੀਆਂ ਚੀਜ਼ਾਂ ਕਰ ਸਕਦੇ ਜਿਹੜੇ ਤੁਹਾਨੂੰ ਹੈਲਪ ਕਰੋਗੇ so but lastly ਜੇ ਤੁਸੀਂ ਕੁਝ ਮੈਸੇਜ ਦੇਣਾ ਚਾਹਣ ਕਿ to the community how they should support and try to understand more especially youngsters ਨੂੰ ਸਾਰਿਆਂ ਨੂੰ ਕਿ ਜਿਹੜੇ ਮਲਟੀਪਲ ਸਕਲੈਰੋਸਿਸ ਨਾਲ ਡਾਇਗਨੋਸ ਹੁੰਦੇ ਨੇ ਤੁਸੀਂ ਉਹਨਾਂ ਨੂੰ ਕਿੱਦਾਂ ਸਪੋਰਟ ਦੇ ਸਕਦੇ ਆ or for other chronic illness because ਇਹ ਮੈਸੇਜ ਅਕ੍ਰੋਸ ਜਾਣਾ ਬਹੁਤ ਜ਼ਰੂਰੀ ਹੈ ਕਿ whenever somebody is diagnosed ਉਹਨਾਂ ਵਾਸਤੇ ਵੀ ਬਹੁਤ ਟਫ ਹੁੰਦਾ ਹੈ so a little understanding from our side can help them great deal yes definitely ਜਿੱਦਾਂ ਮੈਂ ਕਿਹਾ ਸੀ always remember be disability or chronic illness या behind that ਉਹਦੇ ਪਿੱਛੇ ਇਨਸਾਨ ਆ there's a person ਉਹਨੂੰ ਹੌਸਲਾ ਰੱਖਣਾ ਚਾਹੀਦਾ ਹੈ ਹਾਂਜੀ ਉਹਨੂੰ ਚੇਤਾ ਨਾ ਭੁਲਾਵੋ ਵੀ ਬਿਮਾਰੀ ਤੋਂ ਪਹਿਲਾਂ ਉਹ ਡਿਸੇਬਿਲਿਟੀ ਤੋਂ ਪਹਿਲਾਂ ਉਦੋਂ ਵੀ ਪਰਸਨ ਸੀ ਮੈਂ ਆਪਣੇ ਮਾਈਂਡ ਨੂੰ ਤਗੜਾ ਰੱਖੇ ਕਿ ਤੇ ਸਰੀਰਕ ਬਿਮਾਰੀ ਆ ਲੇਕਿਨ ਮਨ ਜਿਹੜਾ ਉਹ ਆਪਣਾ ਤੁਸੀਂ ਕਹਿਣਾ ਚਾਹੁੰਦੇ ਕਿ ਮਨ ਨੂੰ ਜਿਹੜਾ ਤਗੜਾ ਰੱਖੇ ਹਾਂਜੀ ਐਂਡ yes support ਦਵੋ ਉਹਨਾਂ ਨੂੰ encouragement ਦਵੋ ਪਰ understand ਕਰੋ ਵੀ ਉਹਨਾਂ ਕੋ ਵੀ ਬਹੁਤ ਕੁਛ ਆ ਆਫਰ ਕਰਨੇ ਨੂੰ ਸੋ ਠੀਕ ਹੈ ਅਮਨਦੀਪ ਕੌਰ ਅਸੀਂ ਤੁਹਾਡੇ ਵਾਸਤੇ ਵੀ ਇਹ ਅਰਦਾਸ ਕਰਦੇ ਹਾਂ ਕਿ ਮਹਾਰਾਜ ਤੁਹਾਨੂੰ ਤੰਦਰੁਸਤੀ ਦੇਵੇ ਵਾਹਿਗੁਰੂ ਜਿਵੇਂ ਤੁਸੀਂ ਕਿਹਾ ਕਿ ਪਾਠ ਸੁਣ ਕੇ ਤੁਹਾਨੂੰ ਬਹੁਤ ਉਹਦਾ ਸਕੂਨ ਮਿਲਦਾ ਆ ਉਹਦੇ ਨਾਲ ਤੁਹਾਨੂੰ ਬਹੁਤ ਆਰਾਮ ਆਉਂਦਾ ਆ so carry on in your life so do part every day every time ਅਸੀਂ ਸਾਰੇ viewers ਨੂੰ ਵੀ ਕਹਿਣਾ ਚਾਹਾਂਗੇ ਕਿ ਅਮਨਦੀਪ ਵਾਸਤੇ ਅਰਦਾਸ ਕਰੋ that she leads her life healthily happily now ਬਿਲਕੁਲ ਸੋ ਸਾਰੇ ਦਰਸ਼ਕਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਜਰੂਰ ਇਸ ਬੱਚੀ ਵਾਸਤੇ ਜਰੂਰ ਅਰਦਾਸ ਬੇਨਤੀ ਕਰਿਆ ਕਰੋ ਕਿ ਮਹਾਰਾਜ ਨੂੰ ਤੰਦਰੁਸਤੀ ਦੇਵੇ ਸੋ ਸਾਰਿਆਂ ਨੂੰ ਸਤਿਗੁਰੂ ਤੰਦਰੁਸਤੀਆਂ ਦੇਣ ਆਪਾਂ ਇਹ ਸਿੱਖ ਚੈਨਲ ਤੇ ਹਮੇਸ਼ਾ ਹੀ ਅਰਦਾਸ ਕਰਦਾ ਵਾ ਸੋ ਤੁਹਾਡਾ ਬਹੁਤ ਬਹੁਤ ਅੱਜ ਧੰਨਵਾਦ ਆ ਕਿ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਆ ਸੋ ਬਹੁਤ ਤੁਹਾਡਾ ਧੰਨਵਾਦ ਆ ਸੋ ਆਪਾਂ ਬ੍ਰੇਕ ਇੱਕ ਲੈ ਲਈਏ ਹੁਣ ਹਾਂਜੀ ਸੋ ਪਿਆਰੇ ਦਰਸ਼ਕੋ ਵਧੀਆ ਅਸੀਂ ਇੱਕ ਬ੍ਰੇਕ ਵੱਲ
ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।